ਔਰਾਂ ਦੇ ਦਿਸ਼ਾ ਨਿਰਦੇਸ਼ ਦੇ ਵਿੱਚ ਅੱਜ ਇੱਕ ਬੜੇ ਖੂਬਸੂਰਤ ਬਹਾਨੇ ਨਾਲ ਇਕੱਠੇ ਹੋਏ ਹਾਂ। ਪੰਜਾਬੀ ਜ਼ਬਾਨ ਦੇ ਜਿਹੜੇ ਦਰਵੇਸ਼ ਸਾਹਿਤਕਾਰ ਹੋਏ ਨੇ ਨਾ, ਉਹਨਾਂ ਦੇ ਵਿੱਚੋਂ ਦਵਿੰਦਰ ਸਤਿਆਰਥੀ ਹੋਰਾਂ ਦਾ ਨਾਮ ਸਭ ਤੋਂ ਉੱਪਰ ਆਉਂਦਾ ਹੈ। ਸਾਹਿਤ ਲਿਖਣਾ ਵੀ ਵੱਡੀ ਗੱਲ ਹੈ, ਪਰ ਸਾਹਿਤ ਵਾਂਗ ਜੀਣਾ ਜਿਸ ਤਰੀਕੇ ਨਾਲ ਦਵਿੰਦਰ ਸਤਿਆਰਥੀ ਹੋਰਾਂ ਨੇ ਦਿਖਾਇਆ, ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਮੈਨੂੰ ਲੱਗਦਾ ਵੀ ਜਗ ਦੀ ਮਸ਼ਾਲ ਵਾਲਾ ਕੰਮ ਹੈ। ਇਸ ਦੌਰ ਦੇ ਵਿੱਚ ਜਦੋਂ ਸਾਨੂੰ ਘਰਾਂ ਦੇ ਵਿੱਚ ਅਜੇ ਵੀ ਮਤਲਬ ਡੱਕਿਆ ਹੋਇਆ ਇਹ ਸਾਰੇ ਪ੍ਰਬੰਧ ਨੇ, ਇਸ ਬਿਮਾਰੀ ਨੇ, ਇਹ ਸਾਰੇ ਕੁਛ ਨੇ, ਅਸੀਂ ਇੱਕ ਆਪਣੇ ਪੁਰਖੇ ਨੂੰ, ਸਾਹਿਤਕ ਪੁਰਖੇ ਨੂੰ ਇੱਕ ਬੜੇ ਖੂਬਸੂਰਤ ਅੰਦਾਜ਼ ਵਿੱਚ ਯਾਦ ਕਰਨ ਦਾ ਜਿਹੜਾ ਵਸੀਲਾ ਬਣਾਇਆ। ਜਦੋਂ ਪਿਛਲੇ ਦਿਨੀ ਯੂਨੀਵਰਸਿਟੀ ਦੇ ਵਿੱਚ ਸੁਰਜੀਤ ਭਦੌੜ ਜੀ ਮਿਲੇ ਤੇ ਉਹਨਾਂ ਨੇ ਇਹ ਗੱਲ ਜ਼ਾਹਿਰ ਕੀਤੀ, ਆਪਣੀ ਇੱਛਾ ਜ਼ਾਹਿਰ ਕੀਤੀ, ਤਾਂ ਨਾਲ ਦੀ ਨਾਲ ਉਹਨਾਂ ਇਹ ਵੀ ਕਿਹਾ ਕਿ ਆਪਾਂ ਇਹ ਸਮਾਗਮ ਉਸ ਵੱਡੇ ਸਮਾਗਮ ਦੇ ਸੈਮੀਫਾਈਨਲ ਵਜੋਂ ਜਾਂ ਉਹਦੀ ਤਿਆਰੀ ਦੇ ਰੂਪ ਵਿੱਚ ਕਰ ਰਹੇ ਹਾਂ, ਜਿਹੜਾ ਆਪਾਂ ਪੰਜਾਬੀ ਭਵਨ ਲੁਧਿਆਣੇ ਕਰਾਂਗੇ ਜਦੋਂ ਇਹ ਸਾਰੇ ਹਾਲਾਤ ਆਮ ਵਾਂਗ ਹੋ ਜਾਣਗੇ। ਉਹ ਦਵਿੰਦਰ ਸਤਿਆਰਥੀ ਹੋਰੀ ਏਡੇ ਵੱਡੇ ਸਾਹਿਤਕਾਰ ਨੇ, ਜਦੋਂ ਉਹਨਾਂ ਨੂੰ ਅਸੀਂ ਪੜ੍ਹਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਪੰਜਾਬੀ ਜ਼ਬਾਨ ਆਪਣੀ ਪੂਰੇ ਮੁਹਾਵਰੇ ਵਿੱਚ, ਪੂਰੇ ਠੁੱਕ ਵਿੱਚ ਕਿਵੇਂ ਅੱਗੇ ਆਉਂਦੀ ਹੈ। ਇੱਕ ਪਾਸੇ ਉਹਨਾਂ ਨੇ ਘੋੜਾ ਬਾਦਸ਼ਾਹ ਵਰਗਾ ਨਾਵਲ ਲਿਖਿਆ, ਜਿਸ ਨਾਵਲ ਦੀਆਂ ਪੂਰੀਆਂ ਪਰਤਾਂ, ਜਿਸ ਨਾਵਲ ਦੀ ਪੂਰੀ ਸਮਝ ਅਜੇ ਤੱਕ ਸਾਨੂੰ ਪੰਜਾਬੀ ਵਾਲਿਆਂ ਨੂੰ ਸ਼ਾਇਦ ਨਹੀਂ ਲੱਗੀ। ਦੂਸਰੇ ਪਾਸੇ ਉਹਨਾਂ ਨੇ ਜਮਨਾ ਤੋਂ ਲੈ ਕੇ ਤੇ ਚਨਾਬ ਜੇਲਮ ਤੱਕ ਦੇ ਸਾਰੇ ਲੋਕ ਗੀਤ ਇਕੱਠੇ ਕੀਤੇ, ਸਾਨੂੰ ਇਹ ਦੱਸਿਆ ਕਿ ਸਾਡਾ ਵਿਰਸਾ, ਸਾਡੀਆਂ ਮਾਵਾਂ ਦਾ ਕਿੱਡਾ ਵੱਡਾ, ਸਾਡੀਆਂ ਭੈਣਾਂ ਦਾ, ਸਾਡੀਆਂ ਮਾਈਆਂ ਦਾ ਕਿੱਡਾ ਵੱਡਾ ਹੱਥ ਹੈ ਸਾਡੇ ਇਸ ਮੁਆਸ਼ਰੇ ਦੀ ਸਿਰਜਣਾ ਦੇ ਵਿੱਚ। ਉਹ ਗੀਤ ਇਕੱਠੇ ਕੀਤੇ, ਬਹੁਤ ਖੂਬਸੂਰਤ ਕਵਿਤਾ ਲਿਖੀ। ਔਰ ਇਹਦੇ ਸਾਰੇ ਦੇ ਨਾਲ ਨਾਲ ਮੈਂ ਫਿਰ ਆਪਣੀ ਗੱਲ ਦੁਹਰਾਉਣਾ ਕਿ ਉਹਨਾਂ ਨੇ ਜੀ ਕੇ ਦਿਖਾਇਆ, ਇੱਕ ਦਰਵੇਸ਼ ਵਾਂਗ, ਇੱਕ ਮਿੱਥ ਵਾਂਗ ਦਵਿੰਦਰ ਸਤਿਆਰਥੀ ਹੋਰੀ ਪੰਜਾਬੀ ਸਾਹਿਤ ਵਿੱਚ ਮੌਜੂਦ ਨੇ। ਉਹ ਸਾਡੇ ਕੋਲੇ ਅੱਜ ਦੀ ਇਸ ਸ਼ਾਮ ਦੇ ਵਿੱਚ ਬੜੇ ਵੱਡੇ ਪੰਜਾਬੀ ਦੇ ਨਾਮ ਜਿਹੜੇ ਨੇ ਉਹ ਦਵਿੰਦਰ ਸਤਿਆਰਥੀ ਹੋਰਾਂ ਨੂੰ ਯਾਦ ਕਰਨ ਦੇ ਲਈ ਇੱਥੇ ਮੌਜੂਦ ਨੇ। ਜਿਹੜੇ ਸਤੀਸ਼ ਕੁਮਾਰ ਵਰਮਾ ਜੀ, ਭਾਵੇਂ ਉਹ ਸਾਡੇ ਵਿੱਚ ਇਸ ਤਰੀਕੇ ਨਾਲ ਮੌਜੂਦ ਨਹੀਂ ਜਿਵੇਂ ਆਪਾਂ ਸਾਰੇ ਬੈਠੇ, ਪਰ ਉਹਨਾਂ ਨੇ ਆਪਣਾ ਜਿਹੜਾ ਇੱਕ ਰਿਕਾਰਡਡ ਮੈਸੇਜ ਹੈ ਦਵਿੰਦਰ ਸਤਿਆਰਥੀ ਹੋਰਾਂ ਨੂੰ ਯਾਦ ਕਰਨ ਦੇ ਲਈ, ਉਹ ਇੱਥੇ ਛੱਡਿਆ ਹੋਇਆ। ਸੁਰਜੀਤ ਭਦੌੜ ਹੋਰੀ ਉਹ ਵੀ ਅੱਗੋਂ ਇਹਨੂੰ ਪਲੇ ਕਰਨਗੇ। ਵਰਡ ਪੰਜਾਬੀ ਟਾਈਮਜ਼ ਵੱਲੋਂ ਲੋਕ ਗੀਤ ਮਨੁੱਖ ਨੂੰ ਸਿਜਦਾ ਦਵਿੰਦਰ ਸਤਿਆਰਥੀ ਨਾਂ ਉੱਤੇ ਕਰਵਾਏ ਜਾ ਰਹੇ ਇਸ ਵੈਬ ਸੈਮੀਨਾਰ ਵਿੱਚ ਮੈਂ ਆਪਣੇ ਪਿਆਰੇ ਸਰੋਤਿਆਂ ਨੂੰ ਮੁਖਾਤਿਬ ਹਾਂ। ਡਾਕਟਰ ਸੁਰਜੀਤ ਸਿੰਘ ਭਦੌੜ ਵੱਲੋਂ ਇਹ ਆਯੋਜਨ ਕੀਤਾ ਗਿਆ। ਉਹਨਾਂ ਨੇ ਮੇਰੇ ਨਾਲ ਸੰਪਰਕ ਕੀਤਾ ਕਿ ਅਸੀਂ ਦਵਿੰਦਰ ਸਤਿਆਰਥੀ ਜੀ ਦੇ 112ਵੇਂ ਜਨਮ ਦਿਨ ਤੋਂ ਲਗਭਗ ਹਫ਼ਤਾ ਪਹਿਲਾਂ ਉਹਨਾਂ ਨੂੰ ਯਾਦ ਕਰ ਰਹੇ ਹਾਂ। ਮੇਰੇ ਸਰੋਤੇ ਜਾਣਦੇ ਹੋਣਗੇ ਕਿ 28 ਮਈ 1908 ਨੂੰ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ, ਮੌਜੂਦਾ ਜ਼ਿਲ੍ਹਾ ਸੰਗਰੂਰ ਦੇ ਪਿੰਡ ਭਦੌੜ ਸਤਿਆਰਥੀ ਜੀ ਦਾ ਜਨਮ ਹੋਇਆ ਸੀ। ਉਹਨਾਂ ਨੇ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ 'ਚ, ਫਿਰ ਹਾਈ ਸਕੂਲ ਮੋਗੇ 'ਚ ਪਾਸ ਕੀਤੀ, ਫਿਰ ਲਾਹੌਰ ਦੇ DAV ਕਾਲਜ ਵਿੱਚ 1.5 ਸਾਲ ਪੜ੍ਹਨ ਮਗਰੋਂ ਲੋਕ ਗੀਤਾਂ ਦੀ ਭਾਲ ਵਿੱਚ ਯਾਤਰੀ ਬਣ ਗਏ। ਕੁਝ ਸਮਾਂ ਉਹ ਮਹਿੰਦਰਾ ਕਾਲਜ ਵੀ ਰਹੇ। ਉਹਨਾਂ ਦੀ ਜ਼ਿੰਦਗੀ ਦੀਆਂ ਬਹੁਤ ਖੂਬਸੂਰਤ ਘਟਨਾਵਾਂ ਨੇ ਜਿਨ੍ਹਾਂ ਬਾਰੇ ਅੱਜ ਮੈਂ ਤੁਹਾਡੇ ਨਾਲ ਗੱਲ ਕਰਾਂਗਾ। ਪਰ ਸਭ ਤੋਂ ਪਹਿਲਾਂ ਮੈਂ ਡਾਕਟਰ ਸੁਰਜੀਤ ਸਿੰਘ ਨੂੰ ਅਤੇ ਉਹਦੇ ਸਾਥੀਆਂ ਨੂੰ ਵਧਾਈ ਦੇਣਾ ਚਾਹੁੰਦਾ, ਜਿਨ੍ਹਾਂ ਨੇ ਇੰਨੇ ਖੂਬਸੂਰਤ ਮਨੁੱਖ ਨੂੰ ਯਾਦ ਕੀਤਾ ਜਿਸ ਨੂੰ ਅਸੀਂ ਸਾਹਿਤ ਦੇ ਹਾਸ਼ੀਏ ਉੱਤੇ ਰੱਖਿਆ ਹੋਇਆ। ਜਿੰਨਾ ਉਹਨਾਂ ਦਾ ਕੰਮਕਾਰ ਹੈ, ਜਿੰਨੀ ਉਹਨਾਂ ਨੇ ਘਾਲਣਾ ਘਾਲੀ ਹੈ, ਉਹਦੇ ਬਾਰੇ ਜਿੰਨਾ ਕਿਹਾ ਜਾਵੇ ਥੋੜ੍ਹਾ ਹੈ। ਥੋੜ੍ਹੇ ਜਿਹੇ ਸਮੇਂ ਵਿੱਚ ਮੈਂ ਕੋਸ਼ਿਸ਼ ਕਰਾਂਗਾ ਕਿ ਕੁਝ ਗੱਲਾਂ ਛੋਹ ਸਕਾਂ। ਬਹੁਤ ਸਾਰੀਆਂ ਗੱਲਾਂ ਮੈਂ ਉਹਨਾਂ ਬਾਰੇ ਲਿਖੀਆਂ ਵੀ ਨੇ। ਅੱਜ 23 ਮਈ ਹੈ, ਜਿਸ ਦਿਨ ਅਸੀਂ ਇਹ ਫੰਕਸ਼ਨ ਕਰ ਰਹੇ ਹਾਂ, ਉਹਨਾਂ ਦੇ ਜਨਮ ਦਿਨ ਤੋਂ 6 ਦਿਨ ਪਹਿਲਾਂ, ਅਤੇ 28 ਮਈ ਨੂੰ ਮੈਂ ਪੰਜਾਬੀ ਜਾਗਰਣ ਵਿੱਚ ਆਪਣਾ ਇੱਕ ਕਾਲਮ ਲਿਖਦਾ, ਸਿਮਰਤੀਆਂ ਨੂੰ ਸਿਮਰਦਿਆਂ। ਉਸ ਵਿੱਚ ਮੈਂ ਆਪਣਾ ਇੱਕ ਲੇਖ ਵੀ ਭੇਜਿਆ ਹੋਇਆ। ਉਹਦੇ ਵਿੱਚ ਜੇ 28 ਨੂੰ ਛਪਿਆ, ਤੁਸੀਂ ਟੇਲ ਵਿੱਚ ਪੜ੍ਹ ਵੀ ਸਕਦੇ ਹੋ। ਮੇਰਾ ਨਾਮ ਸਤੀਸ਼ ਕੁਮਾਰ ਵਰਮਾ ਹੈ। ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੰਜਾਬੀ ਪੜ੍ਹਾਉਂਦਾ ਹੈ। ਸਾਹ ਪੰਜਾਬੀ ਜਿਉਂਦਾ ਹੈ, ਪੰਜਾਬੀ ਦੇ ਵਿੱਚ ਲਿਖਦਾ। ਅਤੇ ਇਸ ਸਮੇਂ ਮੈਂ ਆਪਣੇ ਘਰ ਦੀ ਵੱਡੀ ਲਾਇਬ੍ਰੇਰੀ ਵਿੱਚ ਬੈਠ ਕੇ ਤੁਹਾਨੂੰ ਅਣਦੇਖੇ ਸਰੋਤਿਆਂ ਨੂੰ ਮੁਖਾਤਿਬ ਹਾਂ ਅਤੇ ਉਸ ਦਰਵੇਸ਼ ਆਤਮਾ ਨੂੰ ਯਾਦ ਕਰ ਰਿਹਾ ਜਿਨ੍ਹਾਂ ਨਾਲ ਮੈਂ ਕਾਫੀ ਵਕਤ ਗੁਜ਼ਾਰਿਆ। ਮੈਂ ਇਹ ਦਾਅਵਾ ਨਹੀਂ ਕਰ ਸਕਦਾ ਕਿ ਮੈਂ ਦਵਿੰਦਰ ਸਤਿਆਰਥੀ ਦੇ ਬਹੁਤ ਨੇੜੇ ਰਿਹਾ, ਕਿਉਂਕਿ ਪਤਾ ਨਹੀਂ ਮੇਰੇ ਵਰਗੇ ਕਿੰਨੇ ਛਲਾਰੂ ਉਹਨਾਂ ਦੇ ਨੇੜੇ ਰਹੇ। ਉਹਨਾਂ ਨੇ ਸਾਰੀ ਜ਼ਿੰਦਗੀ ਯਾਤਰਾ ਕੀਤੀ, ਭ੍ਰਮਣ ਕੀਤਾ, ਔਰ ਯਾਤਰਾ ਬਾਰੇ ਬੜੀਆਂ ਖੂਬਸੂਰਤ ਉਹਨਾਂ ਨੇ ਗੱਲਾਂ ਲਿਖੀਆਂ। ਮੇਰਾ ਖਿਆਲ ਹੈ ਕਿ ਜੋ ਇਤਿਹਾਸ ਵਿੱਚ ਸਾਡੇ ਵੱਡੇ ਤੋਂ ਵੱਡੇ ਯਾਤਰੀ ਰਹੇ ਨੇ, ਜੇ ਉਹਨਾਂ ਦੀ ਲੜੀ ਵਿੱਚ ਅਸੀਂ ਉਹਨਾਂ ਨੂੰ ਜੋੜ ਲਈਏ ਤਾਂ 20ਵੀਂ ਸਦੀ ਦੇ ਮਹਾਨ ਯਾਤਰੀਆਂ ਵਿੱਚੋਂ ਸ਼ਾਮਲ ਨੇ।
ਚਾਹੇ ਉਹ ਰਾਹੁਲ ਸੰਗਤਰਾਇਣ ਵਰਗੇ ਦਰਵੇਸ਼ ਹੋਣ ਤੇ ਜਾਂ ਦਵਿੰਦਰ ਸਤਿਆਰਥੀ। ਇਹ ਦੋ ਵੱਡੇ ਨਾਂ ਤਾਂ ਅਸੀਂ 20ਵੀਂ ਸਦੀ ਦੇ ਕਦੇ ਭੁੱਲ ਨਹੀਂ ਸਕਦੇ। ਰਾਹੁਲ ਸੰਗਤਰਾਇਣ ਜੋ ਲੇਖਕ ਸੀ, ਫਿਲਾਸਫਰ ਸੀ, ਬਹੁ ਭਾਸ਼ਾਈ ਵਿਦਵਾਨ ਸੀ। ਉਹਨਾਂ ਨੇ ਆਪਣੇ ਕਮਰੇ ਦੀ ਕੰਧ 'ਤੇ ਲਿਖ ਕੇ ਲਾਇਆ ਹੋਇਆ ਸੀ, ਯਾ ਘੁਮਕੜੀ ਤੇਰਾ ਆਸਰਾ। ਸੋ ਘੁਮਕੜੀ ਜਾਂ ਹਿੰਦੀ 'ਚ ਕਹਿੰਦੇ ਆ ਯਾਯਾਵਰੀ, ਪੰਜਾਬੀ 'ਚ ਕਹਿੰਦੇ ਆ ਅਵਾਰਗੀ। ਪਰ ਅਵਾਰਗੀ ਜਿਹੜੀ ਹੈ ਇਹਨੂੰ ਅਸੀਂ ਨੈਗੇਟਿਵ ਸੈਂਸ ਵਿੱਚ ਲੈਂਦੇ ਹਾਂ, ਲੇਕਿਨ ਇਹ ਅਵਾਰਗੀ ਦਾ ਮਤਲਬ ਹੈ ਬਿੰਦਾਸ ਹੋ ਕੇ ਘੁੰਮਣਾ। ਸਤਿਆਰਥੀ ਜੀ ਦੇ ਬਹੁਤ ਸਾਰੇ ਅਜਿਹੇ ਹਵਾਲੇ ਨੇ ਕਿ ਉਹ ਕਿਵੇਂ ਯਾਤਰਾਵਾਂ ਨੂੰ ਮਹੱਤਵ ਦਿੰਦੇ ਨੇ। ਉਹਨਾਂ ਦੇ ਜੀਵਨ ਬਾਰੇ ਬਹੁਤ ਸਾਰੀਆਂ ਕਿਵਿੰਦਤੀਆਂ ਜੁੜੀਆਂ ਹੋਈਆਂ, ਬਹੁਤ ਸਾਰੀਆਂ ਗੱਲਾਂ ਜੁੜੀਆਂ ਹੋਈਆਂ। ਜਿੰਨੇ ਲਤੀਫੇ ਸਤਿਆਰਥੀ ਜੀ ਬਾਰੇ ਜੁੜੇ ਹੋਏ ਆ, ਸ਼ਾਇਦ ਇੰਨੇ ਉਹਨਾਂ ਨੇ ਸ਼ਬਦ ਨਹੀਂ ਲਿਖੇ ਹੋਣੇ, ਭਾਵੇਂ ਉਹ ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ ਵਿੱਚ ਲਿਖਦੇ ਸੀ। ਫਿਰ ਉਹਨਾਂ ਨੇ ਲੰਮਾ ਸਮਾਂ ਹਯਾਤੀ ਹੰਢਾਈ। 2003 ਵਿੱਚ ਉਹ 95 ਸਾਲ ਦੀ ਉਮਰ 'ਚ ਇਸ ਦੁਨੀਆ ਤੋਂ ਰੁਖਸਤ ਹੋਏ ਅਤੇ ਉਹਨਾਂ ਨੇ ਸਾਦਤ ਹਸਨ ਮੰਟੋ ਤੋਂ ਲੈ ਕੇ ਮੇਰੇ ਵਰਗੇ ਲੇਖਕਾਂ ਦੇ ਨਾਲ ਆਪਣੀ ਸੰਗਤ ਕੀਤੀ। ਹੁਣ ਮੈਂ ਜੇ ਆਪਣੇ ਆਪ ਨੂੰ ਕਹਾਂ ਤਾਂ ਮੇਰੀ ਉਮਰ ਵੀ 65 ਸਾਲ ਹੋ ਚੁੱਕੀ ਹੈ ਅਤੇ ਮੈਂ 1977 ਵਿੱਚ ਪਹਿਲੀ ਵਾਰ ਉਹਨਾਂ ਦੇ ਸੰਪਰਕ ਵਿੱਚ ਆਇਆ ਸੀ, ਜਦੋਂ ਮੈਂ MA ਆਨਰਸ ਪੰਜਾਬੀ ਕਰਕੇ MPhil ਦਾ ਵਿਦਿਆਰਥੀ ਸੀ। ਪਹਿਲੀ ਵਾਰ ਉਹ ਮੈਨੂੰ ਉਹਨਾਂ ਦੇ ਨਾਲ ਵਿਚਰਨ ਦਾ ਮੌਕਾ ਮਿਲਿਆ। ਉਹਨਾਂ ਦੀ ਸ਼ਖਸੀਅਤ ਬਾਰੇ ਕੁਝ ਹੀ ਗੱਲਾਂ 'ਚੋਂ ਮੈਂ ਥੋੜ੍ਹੀ ਜਿਹੀ ਭੂਮਿਕਾ ਪਹਿਲਾਂ ਬੰਨ੍ਹਦਾ। ਸ਼ਾਇਦ ਕੁਝ ਐਸੇ ਸਰੋਤੇ ਹੋਣ ਜਿਨ੍ਹਾਂ ਨੂੰ ਉਹਨਾਂ ਬਾਰੇ ਬਹੁਤਾ ਪੜ੍ਹਿਆ ਜਾਣਿਆ ਨਾ ਹੋਵੇ, ਕਿ ਉਹਨਾਂ ਨੇ ਲੋਕ ਗੀਤ ਇਕੱਠੇ ਕਰਨ ਨੂੰ ਆਪਣਾ ਮਿਸ਼ਨ ਬਣਾਇਆ ਸੀ। ਘਰਦਿਆਂ ਨੇ ਬੜੀ ਛੋਟੀ ਉਮਰ ਵਿੱਚ ਵਿਆਹ ਕਰ ਦਿੱਤਾ ਕਿ ਬਚ ਜਾਣਗੇ, ਪਰ ਉਹਨਾਂ ਨੇ ਇਹ ਆਪਣਾ ਜਨੂੰਨ ਨਹੀਂ ਛੱਡਿਆ। ਲੱਖਾਂ ਲੋਕ ਗੀਤ, ਲੱਖਾਂ ਭਾਸ਼ਾਵਾਂ ਦੇ ਲੱਖਾਂ ਲੋਕ ਗੀਤ ਸੈਂਕੜੇ ਭਾਸ਼ਾਵਾਂ ਦੇ ਇਕੱਠੇ ਕੀਤੇ। ਜ਼ਾਹਿਰ ਹੈ ਜਿਹਦੇ 'ਚ ਮੁੱਖ ਪੰਜਾਬੀ ਸੀ, ਫਿਰ ਹਿੰਦੀ ਸੀ, ਹਿੰਦੁਸਤਾਨ ਦੇ ਵੱਖ-ਵੱਖ ਪ੍ਰਾਂਤ ਸੀ। ਤੁਸੀਂ ਸੋਚੋ ਵੀ ਤਮਿਲ ਲੋਕ ਗੀਤ ਜਾ ਕੇ ਸੁਣਨੇ, ਫਿਰ ਕਿਸੇ ਦੋਸਤ ਦੀ ਮਦਦ ਨਾਲ ਉਸ ਦਾ ਅਨੁਵਾਦ ਕਰਨਾ। ਔਰ ਜਿਹੜੀਆਂ ਸ਼ਖਸੀਅਤਾਂ ਦੇ ਨੇੜੇ ਰਹੇ, ਜੇ ਮੈਂ ਨਾਂ ਲਵਾਂ ਤੁਹਾਨੂੰ ਹੈਰਾਨੀ ਹੋਏਗੀ ਕਿ ਸਾਡਾ ਇਹ ਪੰਜਾਬੀ ਦਾ ਯੁੱਗ ਪੁਰਸ਼ ਇੱਕ ਉਹ ਸ਼ਖਸੀਅਤ ਜਿਸ ਨੇ ਦਰਵੇਸ਼ਾਂ ਵਾਲੀ ਜ਼ਿੰਦਗੀ ਬਤੀਤ ਕੀਤੀ ਹੈ, ਜੋ ਸ਼ਕਲੋਂ ਵੀ ਇੱਕ ਫਕੀਰ ਲੱਗਦਾ ਸੀ, ਮਨੋਂ ਵੀ ਫਕੀਰ ਸੀ, ਕਿਉਂਕਿ ਮੈਂ ਨੇੜੇ ਵਿਚਰਿਆ ਹੋਇਆ। ਉਹਨਾਂ ਦੇ ਪਿਆਰ ਦੇ ਪਾਤਰ, ਜਾਂ ਉਹ ਜਿਨ੍ਹਾਂ ਦੇ ਪਿਆਰ ਦੇ ਪਾਤਰ ਸੀ, ਉਹਦੇ 'ਚ ਰਵਿੰਦਰਨਾਥ ਟੈਗੋਰ, ਉਹਨਾਂ ਵਿੱਚ ਮਹਾਤਮਾ ਗਾਂਧੀ, ਉਹਨਾਂ ਦੇ ਵਿੱਚ ਹੋਰ ਵੱਡੇ ਉਸ ਦੌਰ ਦੇ ਵਿਦਵਾਨ, ਅਤੇ ਜਿਨ੍ਹਾਂ ਨਾਲ ਉਹਨਾਂ ਦੀਆਂ ਦੋਸਤੀਆਂ ਰਹੀਆਂ, ਉਹਨਾਂ ਵਿੱਚ ਸਾਦਤ ਹਸਨ ਮੰਟੋ, ਰਜਿੰਦਰ ਸਿੰਘ ਬੇਦੀ, ਕ੍ਰਿਸ਼ਨ ਚੰਦਰ, ਉਪਿੰਦਰਨਾਥ ਠਸ਼ਕ। ਜਿਸ ਬੰਦੇ ਬਾਰੇ ਸਾਦਤ ਹਸਨ ਮੰਟੋ ਨੇ ਕਹਾਣੀ ਲਿਖੀ ਹੋਵੇ ਅਤੇ ਸਤਿਆਰਥੀ ਨੇ ਜਵਾਬੀ ਕਹਾਣੀ ਲਿਖੀ ਹੋਵੇ, ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਉਹਨਾਂ ਦਾ ਕੱਦ-ਬੁੱਧ ਕਿੱਡਾ ਵੱਡਾ ਸੀ। ਉਹਨਾਂ ਨੇ ਪੰਜਾਬੀ ਵਿੱਚ ਲੋਕ ਗੀਤ ਸੰਗ੍ਰਹਿਾਂ ਦੀਆਂ ਜੋ ਰਚਨਾਵਾਂ ਲਿਖੀਆਂ, ਉਹ ਸਭ ਤੋਂ ਵੱਡਾ ਕੰਮ ਹੈ। ਜਦੋਂ ਉਹਨਾਂ ਨੇ 1936 ਵਿੱਚ ਪਹਿਲੀ ਕਿਤਾਬ ਗਿੱਧਾ ਤਿਆਰ ਕੀਤੀ, ਜਿਸ ਦੀ ਭੂਮਿਕਾ ਪ੍ਰਿੰਸੀਪਲ ਤੇਜਾ ਸਿੰਘ ਨੇ ਲਿਖੀ। ਗਿੱਧਾ ਸਿਰਫ ਲੋਕ ਗੀਤਾਂ ਦਾ ਪਹਿਲਾ ਸੰਗ੍ਰਹਿ ਹੀ ਨਹੀਂ ਪੰਜਾਬੀ ਦਾ, ਬਲਕਿ ਉਸ ਦੀ ਭੂਮਿਕਾ ਰਾਹੀਂ ਉਹਨਾਂ ਨੇ ਇੱਕ ਲੋਕ ਗੀਤ ਸ਼ਾਸਤਰ ਦੇ ਬੀਜ ਵੀ ਬੀਜ ਦਿੱਤੇ। ਫਿਰ ਦੀਵਾ ਬੜੇ ਸਾਰੀ ਰਾਤ, ਫਿਰ ਪੰਜਾਬੀ ਲੋਕ ਗੀਤ ਜੋ ਸਾਹਿਤ ਅਕੈਡਮੀ ਦਿੱਲੀ ਤੋਂ ਛਪੀ ਮਹਿੰਦਰ ਸਿੰਘ ਰੰਧਾਵਾ ਨਾਲ ਸਹਿ ਸੰਪਾਦਨ ਵਿੱਚ, ਫਿਰ ਪੰਜਾਬੀ ਲੋਕ ਸਾਹਿਤ ਵਿੱਚ ਸੈਨਿਕ ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਛਪੀ। ਇਸੇ ਤਰ੍ਹਾਂ ਹਿੰਦੀ ਵਿੱਚ ਧਰਤੀ ਗਾਤੀ ਹੈ, ਧੀਰੇ ਬਹੋ ਗੰਗਾ, ਬੇਲਾ ਫੂਲੇ ਆਧੀ ਰਾਤ, ਬਾਜਤ ਆਵੇ ਢੋਲ, ਚਿੱਤਰੋਂ ਮੇਂ ਲੋਰੀਆਂ। ਉਰਦੂ ਵਿੱਚ ਮੈਂ ਹੂੰ ਖਾਨਾ ਬਦੋਸ਼, ਗਾਏ ਜਾ ਹਿੰਦੁਸਤਾਨ, ਅਤੇ ਅੰਗਰੇਜ਼ੀ ਵਿੱਚ ਮੀਟ ਮਾਈ ਪੀਪਲ। ਇਹ ਸਾਰੀਆਂ ਕਿਤਾਬਾਂ ਉਹਨਾਂ ਦੇ ਲੋਕ ਗੀਤਾਂ ਦੇ ਸੰਗ੍ਰਹਿ ਨੇ। ਅਤੇ ਮੌਲਿਕ ਲੇਖਕ ਕਿੱਡੇ ਵੱਡੇ ਸੀ। ਪੰਜਾਬੀ 'ਚ ਕਵਿਤਾ ਲਿਖੀ, ਕਵਿਤਾ ਦੀਆਂ ਚਾਰੇ ਕਿਤਾਬਾਂ ਬੜੀਆਂ ਇੰਪੋਰਟੈਂਟ, ਧਰਤੀ ਦੀਆਂ ਆਵਾਜ਼ਾਂ, ਮੁੜਕਾ ਤੇ ਕਣਕ, ਬੁੱਢੀ ਨਹੀਂ ਧਰਤੀ, ਲੱਕ ਟੁਣੂ ਟੁਣੂ। ਉਸ ਤੋਂ ਬਾਅਦ ਕਹਾਣੀ ਸੰਗ੍ਰਹਿ, ਕੁੰਗ ਪੋਸ਼, ਸੋਨਾ ਗਾਚੀ, ਦੇਵਤਾ ਡਿੱਗ ਪਿਆ, ਤਿੰਨ ਬੂਹਿਆਂ ਵੱਲ ਘਰ। ਇਹ ਉਹ ਸੀ ਜੋ ਪੁਰਾਣੇ ਚਾਰ ਸੰਗ੍ਰਹਿ ਸੀ। ਉਸ ਤੋਂ ਬਾਅਦ ਫਿਰ ਪੈਰਸ ਆਦਮੀ, ਅਤੇ ਅਖੀਰ ਦੇ ਵਿੱਚ ਇੱਕ ਦੋ ਕਿਤਾਬਾਂ ਹੋਰ ਵੀ ਉਹਨਾਂ ਦੀਆਂ ਆਈਆਂ। ਇਸੇ ਕੜੀ ਵਿੱਚ ਹਿੰਦੀ 'ਚ ਕਹਾਣੀਆਂ, ਚਟਾਨ ਸੇ ਪੂਛ ਲੋ, ਚਾਏ ਕਾ ਰੰਗ, ਨਏ ਧਾਨ ਸੇ ਪਹਿਲੇ, ਸੜਕ ਨਹੀਂ ਬੰਦੂਕ। ਉਰਦੂ 'ਚ ਨਏ ਦੇਵਤਾ ਔਰ ਬੰਸਰੀ ਬਜਤੀ ਰਹੀ। ਹਿੰਦੀ ਦੇ ਵਿੱਚ ਨਾਵਲਕਾਰ ਦੇ ਤੌਰ 'ਤੇ ਉਹਨਾਂ ਦਾ ਬੜਾ ਵੱਡਾ ਨਾਂ ਹੈ। ਰੱਥ ਕੇ ਪਹੀਏ, ਕਠਪੁਤਲੀ, ਬ੍ਰਹਮਪੁੱਤਰ, ਦੂਧਗਾਸ਼, ਕਥਾ ਕੋ ਉਰਵਸ਼ੀ। ਹਿੰਦੀ ਵਿੱਚ ਉਹਨਾਂ ਨੇ ਵਾਰਤਕ ਬੜੀ ਖੂਬਸੂਰਤ ਲਿਖੀ, ਏਕ ਯੁੱਗ ਏਕ ਪ੍ਰਤੀਕ, ਰੇਖਾएं ਬੋਲ ਉੱਠੀ, ਕਿਆ ਗੋਰੀ ਕਿਆ ਸਾਂਵਰੀ। ਹਿੰਦੀ 'ਚ ਹੀ ਰੇਖਾ ਚਿੱਤਰਾਂ ਦੀ ਕਿਤਾਬ ਕਲਾ ਕੇ ਹਸਤਾਖਰ। ਆਟੋਬਾਇਓਗ੍ਰਾਫੀ ਦਾ ਵੀ ਪਹਿਲਾ ਭਾਗ ਹਿੰਦੀ 'ਚ ਲਿਖਿਆ, ਬਾਕੀ ਭਾਗ ਨਹੀਂ ਲਿਖ ਸਕੇ, ਉਹ ਭਾਗ ਹੈ ਚਾਂਦ ਸੂਰਜ ਕੇ ਬੀਰਨ। ਇਸੇ ਤਰ੍ਹਾਂ ਅੰਗਰੇਜ਼ੀ ਵਿੱਚ, ਹਿੰਦੀ ਵਿੱਚ ਬਹੁਤ ਸਾਰੀਆਂ ਕਿਤਾਬਾਂ ਦਾ ਸੰਪਾਦਨ ਕੀਤਾ, ਬਹੁਤ ਸਾਰੀਆਂ ਕਿਤਾਬਾਂ ਦਾ ਅਨੁਵਾਦ ਕੀਤਾ। ਅਤੇ ਉਹਨਾਂ ਦੇ ਮਰਨ ਤੋਂ ਥੋੜ੍ਹੀ ਦੇਰ ਪਹਿਲਾਂ ਇੱਕ ਬਹੁਤ ਹੀ ਸਾਡੇ ਸਿਆਣੇ ਲੇਖਕ ਕਹਾਣੀਕਾਰ ਗੁਰਬਚਨ ਸਿੰਘ ਭੁੱਲਰ ਨੇ ਉਹਨਾਂ ਦਾ ਸਾਰਾ ਸਾਹਿਤ ਪੰਜਾਬੀ ਦਾ ਸੰਗ੍ਰਹਿਤ ਕੀਤਾ, ਜੋ ਸਤਿਆਰਥ ਦੇ ਨਾਂ 'ਤੇ ਛਪਿਆ ਹੋਇਆ ਹੈ।
ਉਹਨਾਂ ਦੇ ਦੋਸਤ ਸੀ ਪਾਪਾ ਪ੍ਰੀਤਮ ਸਿੰਘ ਨਾਭਿਕ ਪ੍ਰਕਾਸ਼ਨ ਵਾਲੇ। ਉਹਨਾਂ ਨੇ ਕੰਪਲੀਟ ਵਰਕਸ ਉਹਨਾਂ ਦੇ ਛਾਪੇ, ਉਹਨਾਂ ਦੇ ਜਿਉਂਦੇ ਜੀ ਛਪਣੇ ਸ਼ੁਰੂ ਹੋ ਗਏ ਸੀ, ਲੇਕਿਨ ਉਹਨਾਂ ਨੂੰ ਉਹ ਦੇਖ ਨਹੀਂ ਸਕੇ ਛਪੇ ਰੂਪ ਵਿੱਚ ਜਦੋਂ ਇਸ ਦੁਨੀਆ ਤੋਂ ਚਲੇ ਗਏ। ਇਸ ਤੋਂ ਇਲਾਵਾ ਉਹਨਾਂ ਨੇ ਇੱਕ ਲੋਕ ਗੀਤ ਦਾ ਜਨਮ ਅਤੇ ਮੇਰੇ ਸਫ਼ਰ ਦੀਆਂ ਯਾਦਾਂ, ਇਹ ਦੋ ਕਿਤਾਬਾਂ ਵੀ ਸਭ ਤੋਂ ਅਖੀਰਲੀਆਂ ਜੋ ਉਹਨਾਂ ਦੀਆਂ 2003 ਵਿੱਚ ਹੀ ਛਪੀਆਂ ਅਤੇ ਪਾਪਾ ਪ੍ਰੀਤਮ ਸਿੰਘ ਨੇ ਛਾਪੀਆਂ। ਇਹ ਮੈਂ ਸਿਰਫ ਇਸ ਲਈ ਛੋਟੀ ਜਿਹੀ ਜਾਣਕਾਰੀ ਦਿੱਤੀ ਹੈ ਤਾਂ ਕਿ ਜਿਹੜੇ ਨਵੇਂ ਸਰੋਤੇ ਨੇ ਜਾਂ ਕੋਈ ਨੌਜਵਾਨ ਬੱਚੇ ਸੁਣ ਰਹੇ ਨੇ, ਪੜ੍ਹ ਰਹੇ ਨੇ, ਉਹਨਾਂ ਨੂੰ ਪਤਾ ਲੱਗ ਜਾਏ ਕਿ ਅਸੀਂ ਕਿਸ ਵੱਡੇ ਲੇਖਕ ਦੀ ਗੱਲ ਕਰ ਰਹੇ ਹਾਂ। ਮੇਰਾ ਮਕਸਦ ਉਹਨਾਂ ਦੀ ਰਚਨਾਵਾਂ ਦੀ ਆਲੋਚਨਾ ਕਰਨਾ, ਉਹਨਾਂ 'ਤੇ ਕੋਈ ਵਿਆਖਿਆ ਕਰਨਾ, ਇਹਨੂੰ ਕੋਈ ਅਕਾਦਮਿਕ ਸੈਮੀਨਾਰ ਦਾ ਰੂਪ ਦੇਣਾ ਨਹੀਂ ਹੈ। ਮੇਰਾ ਮਕਸਦ ਹੈ ਮੈਂ ਉਸ ਮਹਾਨ ਮਨੁੱਖ ਦੀਆਂ ਮਿੱਠੀਆਂ ਮਿੱਠੀਆਂ ਗੱਲਾਂ ਤੁਹਾਡੇ ਨਾਲ ਕਰਾਂ ਜਿਨ੍ਹਾਂ ਨਾਲ ਮੈਂ ਵਿਚਰਿਆ। 2 ਵਾਰ ਤਾਂ ਮੈਨੂੰ ਉਹਨਾਂ ਦੇ ਨਾਲ ਵਿਚਰਨ ਦਾ ਮੌਕਾ ਮਿਲਿਆ। ਉਹਨਾਂ ਬਾਰੇ ਜੋ ਗੱਲਾਂ ਸੁਣੀਆਂ ਉਹ ਤੁਸੀਂ ਸੁਣੀਆਂ ਹੋਣਗੀਆਂ ਵੀ ਉਹ ਜਦੋਂ ਕਿਤੇ ਜਾਂਦੇ ਸੀ, ਕਿਸ ਦੇ ਮਹਿਮਾਨ ਬਣਦੇ ਸੀ, ਫਿਰ ਹਫ਼ਤਿਆਂ ਬੱਧੀ, ਮਹੀਨਿਆਂ ਬੱਧੀ, ਕਈ ਵਾਰ ਤਾਂ ਸਾਲ ਵੀ ਰਹਿ ਆਉਂਦੇ ਸੀ। ਸੋ ਮੇਰੇ ਕੋਲ 1977 ਵਿੱਚ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਆਏ। ਮੈਂ ਉਦੋਂ ਐਮਫਿਲ ਪੜ੍ਹਦਾ ਸੀ। ਮੈਂ ਜਗਿਆਸੂ ਦੇ ਰੂਪ ਵਿੱਚ ਮਿਲਿਆ। ਉਦੋਂ ਮੈਂ ਪਟਿਆਲੇ ਇੱਕ ਖਾਲਸਾ ਮੁਹੱਲੇ ਦੇ ਛੋਟੇ ਜਿਹੇ ਕਮਰੇ ਵਿੱਚ ਰਹਿੰਦਾ ਸੀ, ਉੱਥੇ ਉਹ ਮੇਰੇ ਕੋਲ ਰਹੇ ਅਤੇ ਉਸ ਦਰਮਿਆਨ ਮੈਂ ਉਹਨਾਂ ਦੀਆਂ ਕਿਤਾਬਾਂ ਪੜ੍ਹੀਆਂ ਹੋਈਆਂ ਸੀ। ਕਿਤਾਬਾਂ ਦੇ ਨਾਲ ਜਨੂੰਨ ਦੀ ਹੱਦ ਤੱਕ ਇਸ਼ਕ ਹੋਣ ਕਰਕੇ 1970 ਵਿੱਚ ਛਪੀ ਉਹਨਾਂ ਦੀ ਉਦੋਂ ਤੱਕ ਦੀ ਜੋ ਲੇਟੈਸਟ ਕਿਤਾਬ ਸੀ ਪੈਰਿਸ ਦਾ ਆਦਮੀ, ਇਹ ਮੈਂ 1974 ਵਿੱਚ ਖਰੀਦੀ ਸੀ ਜਦੋਂ ਮੈਂ MA ਪਾਰਟ 1 ਦਾ ਵਿਦਿਆਰਥੀ ਸੀ। ਔਰ ਅੱਜ ਜਦੋਂ ਮੈਂ ਇੰਨੇ ਸਾਲਾਂ ਬਾਅਦ ਉਹ ਕਿਤਾਬ ਦੇਖ ਰਿਹਾ ਸੀ, ਉਸ ਕਿਤਾਬ ਦੀ ਕੀਮਤ ਸੀ 6 ਰੁਪਏ ਅਤੇ ਉਦੋਂ ਮੈਨੂੰ 50 ਰੁਪਏ ਮਹੀਨਾ ਜੇਬ ਖਰਚ ਮਿਲਦਾ ਸੀ, ਜਿਹਦੇ ਸਿਰ 'ਤੇ ਮੈਂ ਯੂਨੀਵਰਸਿਟੀ 'ਚ ਪੜ੍ਹਦਾ ਸੀ। ਇਸ ਦਾ ਮਤਲਬ ਜੇ ਅੱਜ ਕਿਸੇ ਵਿਦਿਆਰਥੀ ਨੂੰ 5000 ਰੁਪਏ ਮਿਲਦਾ ਹੋਵੇ, ਉਹ 600 ਰੁਪਏ ਦੀ ਖਰੀਦ ਸਕੇ ਕਿਤਾਬ, ਏਡੀਆਂ ਵੱਡੀਆਂ ਅਯਾਸ਼ੀਆਂ ਮੈਂ ਉਦੋਂ ਕੀਤੀਆਂ ਹੋਈਆਂ। ਖੈਰ ਐਨੀ ਹਾਊਸ ਵਿਦਿਆਰਥੀ ਜੀ ਆਏ, ਮੈਂ ਉਹਨਾਂ ਨੂੰ ਕਿਤਾਬ ਦਿਖਾਈ। ਮੈਂ ਥੋੜ੍ਹੀ ਲੇਟੈਸਟ ਕਿਤਾਬ ਪੜ੍ਹੀ ਹੈ। ਪਹਿਲਾਂ ਉਹਨੂੰ ਇਸ ਗੱਲ ਦੀ ਖੁਸ਼ੀ ਹੋਈ ਕਿ ਪੈਰਿਸ ਦਾ ਆਦਮੀ ਵਰਗੀ ਜਟਿਲ ਵਿਧਾ ਦੀਆਂ ਕਹਾਣੀਆਂ ਦੀ ਰਚਨਾ ਇੱਕ ਨੌਜਵਾਨ ਪੜ੍ਹ ਰਿਹਾ। ਉਹਨਾਂ ਨੇ ਮੇਰੀ ਉਸ ਕਿਤਾਬ ਉੱਤੇ ਕਿਹਾ ਵੀ ਕਿਤਾਬ ਭਾਵੇਂ ਤੇਰੀ ਖਰੀਦੀ ਹੋਈ ਹੈ, ਪਰ ਮੈਂ ਤੇ ਕੁਝ ਸ਼ਬਦ ਲਿਖਦਾ ਅਤੇ ਉਹਨੂੰ ਮੇਰੇ ਵੱਲੋਂ ਭੇਂਟ ਵੀ ਸਮਝ ਲੈ ਦੁਬਾਰਾ। ਉਹਨਾਂ ਨੇ ਜੋ ਖੂਬਸੂਰਤ ਸ਼ਬਦ ਲਿਖੇ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਨਾ ਚਾਹੁੰਦਾ। ਉਹ ਸੀ, ਪੈਰਿਸ ਦੇ ਆਦਮੀ ਦਾ ਕੋਈ ਵਿਸ਼ੇਸ਼ ਨਾਂ ਨਹੀਂ ਹੁੰਦਾ। ਪੈਰਿਸ ਦਾ ਆਦਮੀ ਜ਼ਰੂਰੀ ਨਹੀਂ ਪੈਰਿਸ ਤੋਂ ਹੀ ਆਇਆ ਹੋਵੇ। ਪੈਰਿਸ ਫਰਾਂਸ ਨਹੀਂ, ਇੱਕ ਪ੍ਰਸਿੱਧ ਫਰਾਂਸੀਸੀ ਅਖਾਣ ਹੈ। ਜੇ ਪੈਰਿਸ ਫਰਾਂਸ ਨਹੀਂ ਤਾਂ ਫਿਰ ਕੀ ਹੈ? ਇੰਝ ਤਾਂ ਨਾ ਪਟਿਆਲਾ ਪੰਜਾਬ ਹੈ, ਨਾ ਦਿੱਲੀ ਹਿੰਦੁਸਤਾਨ। ਅਖੀਰ 'ਚ ਲਿਖਦੇ ਨੇ, ਸਾਡਾ ਕੋਈ ਦੇਸ਼ ਨਹੀਂ, ਅਸੀਂ ਤਾਂ ਦੇਸ਼ਾਤੀਤ ਹਾਂ। ਸਾਡਾ ਕੋਈ ਕਾਲ ਨਹੀਂ, ਅਸੀਂ ਤਾਂ ਕਾਲਾਤੀਤ ਹਾਂ। ਅਤੇ ਅੱਗੇ ਉਹਨਾਂ ਨੇ ਸ਼ਬਦ ਲਿਖੇ, ਥੱਲੇ ਮੁੱਕ ਗਈ ਪੰਨਾ ਅਤੇ ਉੱਪਰ ਜਾ ਕੇ ਫਿਰ ਸੋਹਣਾ ਸੋਹਣਾ ਡੱਬੀਆਂ ਬਣਾ ਲਿਖਿਆ, ਆਪਣੇ ਸਜਰੇ ਮਨਮੀਤ ਸਤੀਸ਼ ਲਈ, ਜੋ ਸਤੀਸ਼ ਅਲੀ ਵੀ ਅਖਵਾ ਸਕਦਾ ਹੈ ਅਤੇ ਪੈਰਿਸ ਦਾ ਆਦਮੀ ਵੀ। ਦਵਿੰਦਰ ਸਤਿਆਰਥੀ, 21/10/77 ਦੁਸ਼ਹਿਰਾ। ਜਦ ਅੱਜ ਮੈਂ ਲਾਈਨਾਂ ਪੜ੍ਹ ਰਿਹਾ ਅਤੇ 43 ਸਾਲ ਪਹਿਲਾਂ ਦੇ ਸਤਿਆਰਥੀ ਜੀ ਮੇਰੇ ਸਾਹਮਣੇ ਇੱਕਦਮ ਸਮਰਥਕ ਨਜ਼ਰ ਆ ਰਹੇ ਨੇ ਕਿ ਉਸ ਵੇਲੇ ਇੱਕ 21-22 ਸਾਲ ਦੇ ਨੌਜਵਾਨ ਨਾਲ ਇਹੋ ਜਿਹੀ ਸਾਂਝ, ਉਹਨੂੰ ਆਪਣਾ ਸੱਜਰਾ ਮਨਮੀਤ ਕਹਿਣਾ, ਇਹੀ ਉਹ ਐਲੀਮੈਂਟ ਸੀ ਜੋ ਸਤਿਆਰਥੀ ਜੀ ਨੂੰ ਹਮੇਸ਼ਾ 95 ਸਾਲ ਦੀ ਉਮਰ ਤੱਕ ਜਿਉਂਦਾ ਜਾਗਦਾ ਰੱਖਦਾ ਸੀ, ਕਿ ਉਹ ਹਰ ਨਵੀਂ ਪੀੜ੍ਹੀ ਦੇ ਦੋਸਤ ਸੀ। ਔਰ ਮੈਂ ਇਹ ਵੀ ਨਹੀਂ ਕਹਿ ਸਕਦਾ ਕਿ ਨਵੀਂ ਜਾਂ ਪੁਰਾਣੀ ਪੀੜ੍ਹੀ, ਜਦੋਂ ਕਹਿੰਦੇ ਅਸੀਂ ਤਾਂ ਦੇਸ਼ਾਤੀਤ ਹਾਂ, ਅਸੀਂ ਤਾਂ ਕਾਲਾਤੀਤ ਹਾਂ, ਦੇਸ਼ ਤੋਂ ਪਰੇ, ਕਾਲ ਤੋਂ ਪਰੇ, ਉਹ ਇੱਕ ਅਜਿਹੇ ਸਰਬਕਾਲੀ ਮਨੁੱਖ ਸੀ। ਖੈਰ ਉਹਨਾਂ ਦਿਨਾਂ ਦੀਆਂ ਬੜੀਆਂ ਖੂਬਸੂਰਤ ਗੱਲਾਂ ਨੇ। ਮੈਂ 1-2 ਗੱਲਾਂ ਜ਼ਰੂਰ ਸ਼ੇਅਰ ਤੁਹਾਡੇ ਨਾਲ ਕਰਾਂਗਾ, ਕਿਉਂਕਿ ਉਹਨਾਂ ਦੇ ਨਾਲ ਵਿਚਰੇ ਬੰਦੇ ਹੌਲੀ ਹੌਲੀ ਇਸ ਦੁਨੀਆ ਤੋਂ ਜਾ ਰਹੇ ਨੇ। ਕੁਛ ਹੈਗੇ ਜਿਨ੍ਹਾਂ ਨੇ ਬਹੁਤ ਸਮਾਂ ਬਿਤਾਇਆ। ਗੁਰਬਚਨ ਸਿੰਘ ਭੁੱਲਰ ਜੀ ਦੀ ਨਵੀਂ ਕਿਤਾਬ ਆਈ ਹੈ, ਅਸਾਂ ਮਰਨਾ ਨਹੀਂ। ਉਹ 'ਚ ਉਹਨਾਂ ਨੇ 4 ਲੇਖਕਾਂ ਨੂੰ ਜਿਨ੍ਹਾਂ ਦੇ ਉਹ ਨੇੜੇ ਵਿਚਰੇ, ਉਹਨਾਂ ਬਾਰੇ ਸਮੇਂ-ਸਮੇਂ ਲਿਖੀਆਂ ਇੰਟਰਵਿਊਆਂ ਨੂੰ ਇਕੱਠਾ ਕੀਤਾ ਹੈ ਅਤੇ ਉਹਨਾਂ ਦੇ ਵਿੱਚ 100 ਤੋਂ ਵੱਧ ਸਫ਼ਾ ਇਕੱਲੇ ਸਤਿਆਰਥੀ ਜੀ ਦੇ ਹਿੱਸੇ ਹੈ। ਜਿਉਂਦੇ ਰਹਿਣ ਮੇਰੇ ਵਡੇਰੇ, ਲੰਮੀਆਂ ਉਮਰਾਂ ਭੋਗਣ ਜੋ ਸਤਿਆਰਥੀ ਜੀ ਨੂੰ ਮੈਥੋਂ ਵੱਧ ਜਾਣਦੇ ਨੇ। ਪਰ ਜਿਸ ਉਮਰ ਦੇ ਪੜਾਅ 'ਚ ਮੈਂ ਆ ਗਿਆ, ਮੈਨੂੰ ਲੱਗਦਾ ਕਿ ਹੌਲੀ ਹੌਲੀ ਮੈਂ ਵੀ ਉਸ ਪੀੜ੍ਹੀ ਵਿੱਚ ਜਾ ਰਿਹਾ। ਉਸ ਤੋਂ ਬਾਅਦ ਵਾਲੀ ਪੀੜ੍ਹੀ ਨੇ ਸਤਿਆਰਥੀ ਜੀ ਨਾਲ ਨਹੀਂ ਵਿਚਰੇ ਹੋਣੇ, ਕਿਉਂਕਿ ਉਹਨਾਂ ਨੂੰ ਦੁਨੀਆ 'ਚੋਂ ਗਏ ਵੀ 17 ਸਾਲ ਹੋ ਗਏ ਨੇ। ਪਰ ਬਿਨਾਂ ਉਹਨਾਂ ਦੇ ਨਾਲ ਵਿਚਰਿਆ, ਉਹਨਾਂ ਦੇ ਨਾਲ ਤੁਰਿਆ, ਉਹਨਾਂ ਦੀਆਂ ਕਿਤਾਬਾਂ ਨਾਲ ਵਿਚਰ ਕੇ ਅਸੀਂ ਉਹਨਾਂ ਨੂੰ ਬਹੁਤ ਕੁਝ ਜਾਣ ਸਕਦੇ ਹਾਂ। ਜਦੋਂ ਸਤਿਆਰਥੀ ਜੀ ਆਏ, ਜਿਵੇਂ ਮੈਂ ਜ਼ਿਕਰ ਕੀਤਾ, ਮੈਂ ਖਾਲਸਾ ਮੁਹੱਲੇ ਦੇ ਇੱਕ ਛੋਟੇ ਜਿਹੇ ਕਮਰੇ ਵਿੱਚ ਰਹਿੰਦਾ ਸੀ, ਜੋ ਸ਼ਾਇਦ 10x10 ਜਾਂ 12x12 ਦਾ ਕਮਰਾ ਹੋਏਗਾ। ਗਲੀ ਦਾ ਮੁਹੱਲਾ ਸੀ ਇੱਕ। ਉਸੇ ਕਮਰੇ ਦੇ ਵਿੱਚ ਉਹੀ ਮੇਰਾ ਬੈਡਰੂਮ ਸੀ, ਉਹੀ ਡਰਾਇੰਗ ਰੂਮ ਸੀ, ਉਹੀ ਮੇਰਾ ਸਟੱਡੀ ਰੂਮ, ਉਹੀ ਮੇਰੀ ਲਾਇਬ੍ਰੇਰੀ, ਉਹੀ ਕਿਚਨ ਖੂੰਜੇ ਵਿੱਚ ਬਣਾਈ ਹੋਈ ਸਟੋਵ ਵਾਲੀ, ਅਤੇ ਉੱਥੇ ਹੀ ਇੱਕ ਦਰਵਾਜ਼ੇ ਦੇ ਅੱਗੇ ਛੋਟਾ ਜਿਹਾ ਖੁਰਾ ਬਣਿਆ ਜਿੱਥੇ ਮੈਂ ਨਹਾਉਣਾ ਹੁੰਦਾ ਸੀ। ਸੋ ਮੇਰੇ ਉਸ 1 ਰੂਮ ਕੰਪੈਕਟ ਸੈੱਟ ਦੇ ਵਿੱਚ ਵਿਦਿਆਰਥੀ ਜੀ ਮਹੀਨਾ ਡੇਢ ਮਹੀਨਾ ਰਹੇ। ਅਤੇ ਖੂਬਸੂਰਤ ਗੱਲ ਇਹ ਕਿ ਮੈਂ ਜਦੋਂ ਸ਼ਾਮ ਨੂੰ ਆਪਣੇ ਘਰ ਪਹੁੰਚਿਆ ਯੂਨੀਵਰਸਿਟੀੋਂ ਪੜ੍ਹ ਕੇ, ਤਾਂ ਮੇਰੇ ਸਾਹਮਣੇ ਵਾਲਾ ਘਰ ਮੇਰੇ ਇੱਕ ਦੋਸਤ ਦਾ ਸੀ, ਅੰਬਾਖਸ਼। ਉਹ ਇਸ ਵੇਲੇ ਇਸ ਦੁਨੀਆ 'ਚ ਨਹੀਂ ਹੈ, ਰੱਬ ਉਹਨੂੰ ਜੰਨਤ ਨਸੀਬ ਕਰੇ। ਉਹਨਾਂ ਦਾ ਭਰਾ ਭਰਜਾਈ ਦਾ ਪਰਿਵਾਰ ਥੱਲੇ ਸੀ,
ਉਹ ਤੇ ਉਹਦੇ ਬਜ਼ੁਰਗ ਮਾਤਾ ਜੀ ਉੱਤੇ ਰਹਿੰਦੇ ਸੀ। ਮੈਂ ਗਿਆ ਤੇ ਉਹਨਾਂ ਦੇ ਸਾਹਮਣੇ ਜਿਹੜੇ ਭਰਜਾਈ ਜੀ ਸੀ ਉਹਨਾਂ ਤੋਂ ਆਵਾਜ਼ ਮੈਨੂੰ ਆਈ, ਕਹਿੰਦੇ ਸਤੀਸ਼ ਤੁਹਾਡੇ ਕੋਈ ਮਹਿਮਾਨ ਆਏ ਹੋਏ ਨੇ ਸਾਡੇ ਘਰ। ਮੈਂ ਬੜਾ ਹੈਰਾਨ, ਮੈਂ ਗਿਆ ਤੇ ਅੱਗੇ ਸਤਿਆਰਥੀ ਜੀ ਬੈਠੇ। ਮੈਂ ਕਿਉਂਕਿ ਤਸਵੀਰਾਂ ਦੇਖੀਆਂ ਸੀ, ਮੈਂ ਜਾਣਦਾ ਸੀ, ਉਹਨਾਂ ਨੂੰ ਮਿਲਿਆ ਵੀ ਹੋਇਆ ਸੀ, ਯੂਨੀਵਰਸਿਟੀ ਵਿੱਚ ਮਿਲ ਚੁੱਕਾ ਸੀ, ਲੇਕਿਨ ਅਚਾਨਕ ਇੱਦਾਂ ਘਰ ਆ ਜਾਣਾ। ਤੇ ਮੈਂ ਕਿਹਾ ਦੱਸੋ ਜੀ। ਕਹਿੰਦੇ ਸਤੀਸ਼ ਮੈਂ ਆ ਗਿਆ ਸੀ ਘਰ ਲੱਭਦਾ ਲੱਭਦਾ, ਤੇ ਮੈਨੂੰ ਪਤਾ ਲੱਗ ਗਿਆ ਸੀ ਤੂੰ ਇੱਥੇ ਰਹਿ ਰਿਹਾ, ਤੇ ਮੈਂ ਇਹਨਾਂ ਵੱਲ ਆ ਗਿਆ। ਬੜੇ ਚੰਗੇ ਬੰਦੇ ਨੇ, ਇਹਨਾਂ ਨੇ ਮੈਨੂੰ ਰੋਟੀ ਖਵਾਈ ਤੇ ਚਾਹ ਪਿਆਈ, ਮੈਨੂੰ ਲੇਵੀ ਵੀ ਬਣਾ ਦਿੱਤੀ। ਹੁਣ ਮੈਂ ਤੁਹਾਨੂੰ ਲੇਵੀ ਦੀ ਗੱਲ ਦੱਸ ਦਿੰਦਾ ਕਿ ਕਾਗਜ਼ ਕਲਮ ਤੇ ਲੇਵੀ, ਇਹ ਤਿੰਨ ਚੀਜ਼ਾਂ ਨੂੰ ਸਤਿਆਰਥੀ ਜੀ ਲਿਖਦੇ ਸੀ। ਉਹ ਲਿਖਦੇ ਰਹਿੰਦੇ ਸੀ ਤੇ ਲਿਖ ਲਿਖ ਕੇ ਜਿਹੜਾ ਸਰੋਤਾ ਮਿਲਦਾ ਉਹਨੂੰ ਸੁਣਾਉਂਦੇ, ਉਹਦੀਆਂ ਸਲਾਹਾਂ ਲੈਂਦੇ ਤੇ ਉਹਦੀ ਸਲਾਹ ਲਿਖ ਲੈਂਦੇ। ਅਗਲੇ ਸਰੋਤੇ ਕੋਲ ਜਾਂਦੇ, ਪੁਰਾਣੀ ਸਲਾਹ ਕੱਟ ਕੇ ਨਵੀਂ ਲਿਖ ਲੈਂਦੇ। ਫਿਰ ਉਹਨਾਂ ਦੇ ਝੋਲੇ 'ਚ ਇੱਕ ਲੇਵੀ ਹੁੰਦੀ ਸੀ, ਕਾਗਜ਼ ਸੀ, ਉਹ ਫਿਰ ਲੇਵੀ ਲਾ ਕੇ ਉੱਥੇ ਕਾਗਜ਼ ਲਾ ਕੇ ਨਵਾਂ ਬਣਾ ਦਿੰਦੇ। ਤੇ ਉਹਨਾਂ ਦਾ ਜਿਹੜਾ ਹੱਥ ਲਿਖਤ ਖਰੜਾ ਹੈ ਉਹ ਚੇਪੀਆਂ ਲੱਗ ਲੱਗ ਕੇ ਮੋਟਾ ਗੱਤਾ ਬਣ ਜਾਂਦਾ। ਉਹਨਾਂ ਨੇ ਲਿਖਿਆ ਵੀ ਇਹ ਚੇਪੀ ਚੇਪੀ ਨਈ ਲਿਖਾਵਟ, ਕਾਗਜ਼ ਬਣ ਗਿਆ ਗੱਤਾ, ਨਾ ਵੇਤਨ ਨਾ ਭੱਤਾ। ਤੇ ਜਦੋਂ ਮਹਿਮਾਨ ਕਿਸੇ ਦੇ ਘਰ ਜਾਣਾ, ਹੁਣ ਚਾਹ ਰੋਟੀ, ਸੌਣ ਲਈ ਮੰਜਾ ਤੇ ਲੇਵੀ। ਕਹਿੰਦੇ ਮੈਨੂੰ ਲੇਵੀ ਵੀ ਬਣਾ ਦਿੱਤੀ। ਮੈਂ ਕਿਹਾ ਠੀਕ ਹੈ ਜੀ, ਆਓ ਆਪਾਂ ਆਪਣੇ ਕਮਰੇ ਚੱਲੀਏ। ਨਹੀਂ ਨਹੀਂ ਤੁਸੀਂ ਵੀ ਇੱਥੇ ਬੈਠੋ, ਇਹ ਕਹਿੰਦੇ ਨੇ ਰਾਤ ਦਾ ਖਾਣਾ ਵੀ ਇੱਥੇ ਹੀ ਖਾਣਾ ਹੈ। ਸੋ ਮੇਰੇ ਗੁਆਂਢੀਆਂ ਦੇ ਮਹਿਮਾਨ ਬਣ ਕੇ ਮੈਨੂੰ ਵੀ ਉੱਥੇ ਮਹਿਮਾਨ ਬਣਾਏ। ਉਸ ਘਰ ਨਾਲ ਮੈਂ ਅਜੇ ਉਨੀ ਮੇਰੀ ਸਾਂਝ ਨਹੀਂ ਸੀ, ਉਸ ਤਿਆਰਥੀ ਜੀ ਨਾਲ ਬਣੀ। ਖੈਰ ਕਿੱਸਾ ਕੁਤਾ ਹੈ ਕਿ ਉਹ ਮੇਰੇ ਕੋਲ ਰਹੇ, ਅਸੀਂ ਘੁੰਮੇ ਫਿਰੇ, ਬਹੁਤ ਸਾਰੀਆਂ ਗੱਲਾਂ। ਇੱਕ 21-22 ਸਾਲ ਦਾ ਨੌਜਵਾਨ ਐਡੀ ਵੱਡੀ ਸ਼ਖਸੀਅਤ ਨਾਲ ਵਿਚਰੇ। ਉਹ ਕਿਸੇ ਨੂੰ ਮਹਿਸੂਸ ਨਹੀਂ ਸੀ ਹੋਣ ਦਿੰਦੇ ਕਿ ਤੂੰ ਮੈਥੋਂ ਵੱਡਾ ਹੈ ਜਾਂ ਛੋਟਾ ਹੈ, ਇੱਦਾਂ ਵਿਚਰਦੇ ਸੀ। ਗੱਲਾਂ ਕਰਦੇ ਕਰਦੇ ਉਹਨਾਂ ਨੇ ਇੱਕ ਸ਼ਬਦ ਵਰਤਿਆ। ਮੈਂ ਕਿਹਾ ਜੀ ਆਪਾਂ ਮੇਰੇ ਪਿੰਡ ਚੱਲਾਂਗੇ ਸੁਨਾਮ। ਤੇ ਕਹਿੰਦੇ ਹਾਂ ਮੈਂ ਤੇਰੇ ਮਾਤਾ ਜੀ ਨੂੰ ਮਿਲਾਂਗਾ। ਮੈਂ ਕਿਹਾ ਸਤਿਆਰਥੀ ਜੀ ਮਾਤਾ ਜੀ, ਮੇਰੇ ਮਾਤਾ ਜੀ ਤੁਹਾਡੇ ਤੋਂ 10-12 ਸਾਲ ਛੋਟੇ ਹੋਣੇ ਆ ਤੇ ਤੁਸੀਂ ਉਹਨਾਂ ਨੂੰ ਮਾਤਾ ਜੀ ਕਹਿ ਰਹੇ ਹੋ। ਤੇ ਦੂਜਾ ਮੈਂ ਕਿਹਾ ਤੁਹਾਡਾ ਗੋਤ ਬੱਤਾ ਹੈ, ਮੈਨੂੰ ਇਹ ਪਤਾ ਸੀ, ਤੇ ਮੇਰੇ ਨਾਨਕਿਆਂ ਦਾ ਗੋਤ ਬੱਤਾ ਹੈ। ਮੈਂ ਕਿਹਾ ਆਪਾਂ ਤਾਂ ਰਿਸ਼ਤੇ 'ਚ ਮਾਮਾ ਜੀ ਹੋਏ। ਕਹਿੰਦੇ ਨਹੀਂ ਨਹੀਂ ਸਤੀਸ਼, ਉਹ ਤਾਂ ਦੁਨਿਆਵੀ ਰਿਸ਼ਤੇ ਹਨ ਨਾ। ਪਰ ਮੈਂ ਮਾਤਾ ਜੀ ਤਾਂ ਕਿਹਾ ਉਹਨਾਂ ਨੂੰ ਕਿ ਤੂੰ ਮੇਰਾ ਦੋਸਤ ਹੈ ਤੇ ਤੇਰੇ ਦੋਸਤ ਨੇ ਮਾਤਾ ਜੀ ਮੇਰੇ ਮਾਤਾ ਜੀ। ਤੇ ਕੱਲ ਨੂੰ ਜਦ ਤੇਰਾ ਵਿਆਹ ਹੋਏਗਾ ਮੈਂ ਤੇਰੇ ਬੱਚਿਆਂ ਦਾ ਦੋਸਤ ਬਣਾਂਗਾ, ਫਿਰ ਤੇਰੀ ਪਤਨੀ ਮੇਰੀ ਮਾਤਾ ਜੀ ਹੋ ਜਾਏਗੀ। ਕਾਸ਼ ਅੱਜ ਉਹ ਜਿਉਂਦੇ ਹੁੰਦੇ, ਮੇਰੇ ਬੱਚਿਆਂ ਨਾਲ ਵਿਚਰਦੇ ਤੇ ਮੇਰੀ ਪਤਨੀ ਨੂੰ ਮਾਤਾ ਜੀ ਕਹਿੰਦੇ। ਮੈਨੂੰ ਲੱਗਦਾ ਕਿ ਉਹ ਜੋ ਇੱਕ ਯੁੱਗ ਪੁਰਸ਼, ਜੋ ਦੇਸ਼ਾਤੀਤ ਹੈ, ਜੋ ਕਾਲਾਤੀਤ ਹੈ, ਉਹਦੇ ਬਾਰੇ ਮੈਂ ਆਪਣੇ ਬੱਚਿਆਂ ਨੂੰ ਵੀ ਦਿਖਾ ਸਕਦਾ। ਮੇਰੇ ਬੱਚਿਆਂ ਨੇ ਮੇਰੇ ਮਾਤਾ ਪਿਤਾ, ਮੇਰੇ ਦਾਦਾ ਦਾਦੀ ਨਹੀਂ ਵੇਖੇ, ਆਪਣੇ ਦਾਦਾ ਦਾਦੀ ਨਹੀਂ ਵੇਖੇ। ਉਹਨਾਂ ਦੇ ਜਨਮ ਤੋਂ ਪਹਿਲਾਂ, ਰਾਦਨ ਮੇਰੇ ਵਿਆਹ ਤੋਂ ਪਹਿਲਾਂ ਦੋਨੋਂ ਦੁਨੀਆ ਤੋਂ ਜਾ ਚੁੱਕੇ ਸੀ। ਮੇਰੇ ਮਨ ਜਿੰਨੀ ਹੋ ਕੇ ਉੱਠਦੀ ਹੈ ਕਿ ਮੇਰੇ ਮਾਤਾ ਪਿਤਾ ਮੇਰੇ ਬੱਚਿਆਂ ਨੂੰ ਮਿਲੇ ਹੁੰਦੇ, ਮੈਂ ਗੱਲਾਂ ਸੁਣਾਉਂਦਾ, ਉਵੇਂ ਹੋ ਕੇ ਵੀ ਉੱਠਦੀ ਹੈ ਕਾਸ਼ ਉਸ ਤਿਆਰਥੀ ਜੀ ਨੂੰ ਮਿਲੇ ਹੁੰਦੇ। ਦੋਨੋਂ ਬੱਚੇ ਮੇਰੇ ਕਲਾਕਾਰ ਨੇ, ਉਹਨਾਂ ਨੂੰ ਪਤਾ ਹੁੰਦਾ ਕਿ ਕਲਾਕਾਰੀ ਆਹ ਦਰਵੇਸ਼ੀ ਹੁੰਦੀ ਹੈ ਜੋ ਉਸ ਬੰਦੇ ਨੇ